ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਤੇ ਪੰਜਾਬ ਦੇ ਮੁੱਦਿਆਂ ਤੇ ਵਿਭਾਗ ਬੁਲਾਰੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੌਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜੇ, ਅਮਰੀਕ ਸਿੰਘ ਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 16 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੇ ਵਿੱਚ ਇਸ ਟਾਈਮ ਸਭ ਤੋਂ ਜ਼ਿਆਦਾ ਚਰਚਿਤ ਮਾਮਲੇ ਤੋਂ। ਕਾਫੀ ਲੰਬੀ ਡਿਬੇਟ ਹੋ ਰਹੀ ਹੈ ਇਸ ਮਸਲੇ ਦੇ ਉੱਤੇ। ਜਿਹੜੇ ਪੱਖ ਦੇ ਵਿੱਚ ਲੋਕ ਨੇ ਉਹ ਆਪਣੇ ਤਰਕ ਦਿੰਦੇ ਨੇ ਤੇ ਜਿਹੜੇ ਵਿਰੋਧ ਕਰ ਰਹੇ ਨੇ ਉਹਨਾਂ ਦੇ ਆਪਣੇ ਤਰਕ ਨੇ। ਲੰਘੇ ਦਿਨਾਂ ਦੇ ਵਿੱਚ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰੀ ਹੈ ਉਹਨੇ ਇਸ ਬਹਿਸ ਨੂੰ ਹੋਰ ਸਗੋਂ ਮੁਕਾਮੀ ਰੂਪ ਦੇ ਦਿੱਤਾ, ਹੋਰ ਵੱਡਾ ਰੂਪ ਦੇ ਦਿੱਤਾ। ਯੂਪੀ ਤੇ ਬਿਹਾਰ ਵਾਲੇ ਕਹਿੰਦੇ ਹੁਣ ਪੰਜਾਬੋਂ ਬਾਹਰ। ਪ੍ਰਵੀਨ ਜੀ, ਪ੍ਰਵਾਸੀਆਂ ਨੂੰ ਭਜਾਓ, ਪੰਜਾਬ ਬਚਾਓ, ਯੂਪੀ ਬਿਹਾਰ ਵਾਲਿਆਂ ਨੂੰ ਭਜਾਓ, ਪੰਜਾਬ ਬਚਾਓ, ਇਹ ਨਾਰਾ ਪੰਜਾਬ ਦੀ ਫਿਜ਼ਾ 'ਚ ਹੁਣ ਪੂਰੇ ਖੁੱਲ ਕੇ ਗੂੰਜ ਰਿਹਾ। ਸੋਸ਼ਲ ਮੀਡੀਆ ਤੋਂ ਲੈ ਕੇ ਪਿੰਡਾਂ, ਸ਼ਹਿਰਾਂ, ਕਸਬਿਆਂ ਤੱਕ ਇਸ ਨਾਰੇ ਦੀ ਕਾਫੀ ਆਵਾਜ਼ ਸੁਣਾਈ ਦੇ ਰਹੀ ਹੈ ਜੀ। ਕੋਈ ਦੋ ਰਾਏ ਨਹੀਂ ਕਿ ਬਾਹਰਲਿਆਂ ਦੇ ਇੱਥੇ ਆਉਣ ਨਾਲ ਸਾਡੇ ਸੱਭਿਆਚਾਰ ਦੇ ਵਿੱਚ, ਸਾਡੇ ਰਹਿਣ ਸਹਿਣ 'ਚ, ਸਾਡੇ ਖਾਣ ਪੀਣ 'ਚ, ਸਾਡੀ ਜੀਵਨ ਸ਼ੈਲੀ 'ਚ, ਸਾਡੀ ਭਾਸ਼ਾ 'ਚ, ਇੱਥੋਂ ਤੱਕ ਕਿ ਰਿਸ਼ਤਿਆਂ 'ਚ ਬਹੁਤ ਕੁਝ ਬਦਲਦਾ ਅਸੀਂ ਦੇਖ ਰਹੇ ਹਾਂ। ਪੰਜਾਬ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ 'ਚ ਤੁਹਾਨੂੰ ਇੱਕਾ ਦੁੱਕਾ ਘਰ ਅਜਿਹਾ ਮਿਲ ਜਾਂਦਾ ਜੇ ਪਿਓ ਉੱਧਰਲਾ, ਮਾਂ ਇੱਧਰਲੀ, ਮਾਂ ਇੱਧਰਲੀ, ਪਿਓ ਉੱਧਰਲਾ। ਇੱਥੋਂ ਤੱਕ ਆ ਗਈ ਹੈ ਸਥਿਤੀ, ਜਿਹਦੇ ਵਿੱਚੋਂ ਤੁਸੀਂ ਹੁਣ ਮੁਨਕਰ ਨਹੀਂ ਹੋ ਸਕਦੇ। ਸਮੇਂ ਦੀਆਂ ਘਟਨਾਵਾਂ ਕਰਕੇ ਇਹ ਰੋਸਾ ਜਨਮਦਾ ਰਿਹਾ, ਇਹ ਕਿਸੇ ਰੂਪ 'ਚ ਨਿਕਲਦਾ ਰਿਹਾ, ਪਰ ਅੰਦਰ ਇੱਕ ਧੂਣੀ ਧੁਖਦੀ ਰਹੀ। ਜੀ ਜੀ। ਉਸ ਧੂਣੀ ਨੇ ਭਾਂਬੜ ਲਿਆ ਇਸ ਹੁਸ਼ਿਆਰਪੁਰ ਦੇ ਇੱਕ ਬੱਚੇ ਦੀ ਘਟਨਾ ਤੋਂ ਬਾਅਦ। ਜਿਸ ਤਰ੍ਹਾਂ ਦਾ ਤਰੀਕਾਕਾਰ ਉਸ ਬੱਚੇ ਨਾਲ ਅਪਣਾਇਆ ਗਿਆ, ਜੋ ਕੁਛ ਉਹਦੇ ਨਾਲ ਹੋਇਆ, ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਅੱਗ ਫੈਲੀ ਤੇ ਉਸ ਅੱਗ ਨੇ ਇਸ ਤਰ੍ਹਾਂ ਲਹਿਰ ਤੋਰੀ ਕਿ ਵੀ ਬਾਹਰ ਕੱਢੋ। ਹੁਣ ਅੱਜ ਸਿੱਧੇ ਰੂਪ 'ਚ ਪੰਜਾਬ 'ਚ ਦੋ ਧਰਾਵਾਂ ਨੇ ਜੀ। ਇੱਕ ਧਰਾ ਉਹ ਹੈ ਜਿਹੜੀ ਧਿਰ ਕਹਿੰਦੀ ਆ ਕਿ ਕੁਛ ਹੋ ਜਾਵੇ, ਇਹਨਾਂ ਨੂੰ ਇੱਥੋਂ ਕੱਢੋ, ਰੇੜੀਆਂ ਚੁਕਾ, ਫੜੀਆਂ ਚੁਕਾ, ਘਰ ਖਾਲੀ ਕਰਾ, ਕਲੋਨੀਆਂ ਖਾਲੀ ਕਰਾ, ਰੇਲਵੇ ਸਟੇਸ਼ਨਾਂ ਛੱਡ ਕੇ ਆ, ਪੁਲਿਸ ਨੂੰ ਹਵਾਲੇ ਕਰ, ਭੇਜੋ ਜੀ, ਪੰਜਾਬ ਤੋਂ ਬਾਹਰ ਕਰੋ। ਜਿਨ੍ਹਾਂ ਨੂੰ 24 ਘੰਟੇ ਤੋਂ ਲੈ ਕੇ 5-5 ਦਿਨ ਦਾ ਅਲਟੀਮੇਟਮ ਕਿ ਜੀ ਕਿਸੇ ਨੂੰ ਰੇੜੀ ਖਾਲੀ ਕਰਨ ਦਾ 24 ਘੰਟਿਆਂ ਦਾ ਜੀ, 2 ਘੰਟਿਆਂ ਦਾ ਜੀ, ਕਿਸੇ ਨੂੰ ਕਹਿੰਦੇ ਘਰ ਖਾਲੀ ਕਰੋ, ਮੁਹੱਲਾ ਖਾਲੀ ਕਰੋ। ਹੁਣ ਇਹਦੇ ਵਿੱਚ ਇੱਕ ਧਿਰ ਉਹ ਹੈ ਜਿਹੜੀ ਧਿਰ ਕਹਿੰਦੀ ਹੈ ਕਿ ਕੁਛ ਨਹੀਂ ਸੁਣਨਾ, ਸਿਰਫ ਇਹਨਾਂ ਨੂੰ ਪੰਜਾਬੋਂ ਬਾਹਰ ਕਰੋ, ਇਹ ਇੱਥੇ ਨਹੀਂ ਰਹਿ ਸਕਦੇ। ਦੂਜੀ ਧਿਰ ਉਹ ਹੈ ਜਿਹੜੀ ਕਹਿੰਦੀ ਏਦਾਂ ਨਹੀਂ ਹੁੰਦਾ, ਇਹ ਤਰੀਕਾਕਾਰ ਸਹੀ ਨੀਗਾ। ਉਹਦੇ ਵਿੱਚ ਉਹਨਾਂ ਧਿਰਾਂ ਦੀ ਕਈਆਂ ਦੀ ਕਾਰੋਬਾਰ ਨਾਲ ਜੁੜੀ ਮਨਸ਼ਾ ਹੈ, ਜਿਹੜੇ ਲੋਕ ਉਹਨਾਂ ਦੇ ਨਿਰਭਰ ਨੇ, ਫੈਕਟਰੀਆਂ, ਉਦਯੋਗਾਂ, ਦੁਕਾਨਾਂ ਵਾਲੇ। ਕੋਈ ਖੇਤਰ ਅਜਿਹਾ ਨਹੀਂ ਹੈ ਜਿਹੜਾ ਹੁਣ ਇਹਨਾਂ ਤੋਂ ਬਿਨਾਂ ਚੱਲਦਾ ਹੋਵੇ। ਸਹੀ ਹੈ, ਬਿਲਕੁਲ। ਚਾਹੇ ਉਹ ਖੇਤੀ ਨਾਲ ਸੰਬੰਧਿਤ ਹੈ, ਚਾਹੇ ਉਹ ਵਪਾਰ ਨਾਲ ਸੰਬੰਧਿਤ ਹੈ, ਚਾਹੇ ਉਹ ਦੁਕਾਨ ਹੱਟੀ ਨਾਲ ਸੰਬੰਧਿਤ ਹੈ, ਚਾਹੇ ਘਰ ਦੀਆਂ ਲੋੜਾਂ ਨਾਲ ਸੰਬੰਧਿਤ ਹੈ, ਚਾਹੇ ਉਹ ਕੋਈ ਮਿਸਤਰੀ ਪਣਾ ਹੈ, ਚਾਹੇ ਪਲੰਬਰ ਪਣਾ ਹੈ, ਚਾਹੇ ਕੋਈ ਤਰਖਾਣ ਪਣਾ ਹੈ, ਕਿਸੇ ਤਰ੍ਹਾਂ ਦਾ ਵੀ ਕੰਮ ਹੈ, ਉਹ ਕੰਮ ਹੁਣ ਸਿੱਧਾ ਉਹਨਾਂ ਦੇ ਹੱਥ 'ਚ ਹੈ। ਸੋ ਇਸ ਧਿਰ ਉਹ ਹੈ ਜਿਹੜੀ ਕਹਿੰਦੀ ਇਹ ਤੋਂ ਬਿਨਾਂ ਤਾਂ ਪੰਜਾਬ ਦਾ ਹੁਣ ਪਹੀਆ ਹੀ ਨਹੀਂ ਘੁੰਮਣਾ। ਜੀ ਜੀ। ਹੁਣ ਨਹੀਂ, ਇਹ ਗਲਤ ਕਰ ਰਹੇ ਹੋ ਤੁਸੀਂ, ਏਦਾਂ ਨਹੀਂ ਬਾਹਰ ਕਰ ਸਕਦੇ। ਫਿਰ ਕੁਝ ਨਿਯਮਾਂ ਦਾ ਹਵਾਲਾ ਦਿੰਦੇ ਨੇ, ਇਹ ਦੇਸ਼ ਹੈ ਜੀ, ਸਭ ਦਾ ਹੈ ਜੀ, ਏਦਾਂ ਨਹੀਂ ਹੋਊਗਾ। ਫਿਰ ਇਹ ਹਵਾਲਾ ਆਉਂਦਾ, ਸਾਡੇ ਮੁੱਖ ਮੰਤਰੀ ਵੀ ਕਹਿ ਰਹੇ ਸੀ ਵੀ ਆਪਣੇ ਵੀ ਬਾਹਰ ਪਾਸਦੇ ਨੇ, ਫਿਰ ਉਹਨਾਂ ਲਈ ਇਹ ਮੁਸ਼ਕਲ ਦੀ ਫਿਕਰ ਪੈਂਦਾ ਕਿ ਉੱਥੇ ਕਿਤੇ ਕੋਈ ਧੱਕਾ ਵਧੀਕੀ ਹੋਣ ਲੱਗ ਗਈ
ਫਿਰ ਇਹ ਚੁਣੌਤੀ ਹੈ। ਸੋ ਇਹ ਧਿਰ ਉਹ ਹੈ, ਪਰ ਇਹਨਾਂ ਦੋਵਾਂ ਧਿਰਾਂ ਦੇ ਵਿਚਾਲੇ ਇੱਕ ਧਿਰ ਹੋਰ ਹੈ। ਠੀਕ ਹੈ। ਉਹ ਧਿਰ ਕਹਿੰਦੀ ਵੀ ਕਿ ਤੁਸੀਂ ਜਿਹੜੇ ਤਾਂ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ, ਜਿਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਹੈ, ਨਾ ਪੂਰੇ ਦਾ ਕੋਈ ਕਾਗਜ਼ ਪੱਤਰ ਲੱਭਦਾ, ਨਾ ਜਿੱਥੋਂ ਆਏ ਨੇ ਉੱਥੇ ਦਾ ਕੋਈ ਕਾਗਜ਼ ਪੱਤਰ ਲੱਭਦਾ, ਉਹਨਾਂ ਨੂੰ ਤਾਂ ਕਰੋ ਬਾਹਰ। ਦੂਸਰਾ, ਜਿਹੜੇ ਉਰੇ ਰਹਿ ਰਹੇ ਨੇ ਉਹ ਕੰਮ ਕਰਨ ਦੇ ਹਵਾਲੇ ਨਾਲ ਰਹਿਣ, ਉਹਨਾਂ ਕੋਲ ਆਧਾਰ ਕਾਰਡ ਨਾ ਹੋਵੇ, ਉਰੇ ਦਾ ਵੋਟਰ ਕਾਰਡ ਨਾ ਹੋਵੇ, ਉਰੇ ਦਾ ਪੈਨ ਕਾਰਡ ਨਾ ਹੋਵੇ, ਉਰੇ ਦਾ ਕੋਈ ਉਰੇ ਦਾ ਰਹਿਣ ਦਾ ਪਤਾ ਨਾ ਹੋਵੇ, ਉਰੇ ਦਾ ਹੋਵੇ ਤਾਂ ਸਿਰਫ ਜੌਬ ਕਾਰਡ ਹੋਵੇ, ਰੁਜ਼ਗਾਰ ਕਾਰਡ ਹੋਵੇ ਉਹਨਾਂ ਕੋਲ। ਸਹੀ ਬਿਲਕੁਲ ਇੱਕ ਮੰਗ ਇਹ ਉੱਠ ਰਹੀ ਹੈ, ਇੱਕ ਧਿਰ ਇਹ। ਹੁਣ ਇਹ ਸਾਰੀਆਂ ਧਿਰਾਂ ਆਪੋ ਆਪਣੇ ਫੈਸਲੇ ਆਪੋ ਆਪਣੇ ਖੇਤਰ ਦੇ ਹਵਾਲੇ ਨਾਲ ਲੈ ਰਹੇ ਨੇ। ਅਜੇ ਸਰਕਾਰੀ ਧਿਰ ਸਿਸਟਮ ਸਾਡਾ ਚੁੱਪ ਕਰਕੇ ਦੇਖ ਰਿਹਾ। ਸਹੀ। ਉਸ ਦਾ ਕੋਈ ਉਹੋ ਜਿਹਾ ਰਿਐਕਸ਼ਨ, ਕੋਈ ਕੁਝ ਨਹੀਂ ਆਇਆ। ਕੁਝ ਧਿਰਾਂ ਇਹਨੂੰ ਇਸ ਨਜ਼ਰੀਏ ਤੋਂ ਦੇਖ ਰਹੀਆਂ ਨੇ ਕਿ ਪੰਜਾਬ ਇੱਕ ਸੁਰ ਹੋ ਰਿਹਾ ਸੀ, ਇੱਕ ਜੁੱਟ ਹੋ ਰਿਹਾ ਸੀ। ਹੜ੍ਹ ਦੇ ਮਾਮਲੇ 'ਚ ਸੂਬੇ ਸਰਕਾਰ ਤੋਂ ਲੈ ਕੇ ਕੇਂਦਰ ਤੱਕ ਦੀ ਫਜ਼ੀਅਤ ਹੋ ਰਹੀ ਸੀ ਜੀ। ਤੇ ਉਹਨਾਂ ਮੁੱਦਿਆਂ ਤੋਂ ਧਿਆਨ ਹਟਦਾ। ਹੁਣ ਜਿਨ੍ਹਾਂ ਨੇ ਮੁੜ ਵਸੇਵੇ ਵਾਲੇ ਪਾਸੇ ਧਿਆਨ ਦੇਣਾ ਸੀ, ਹੁਣ ਇਹਨਾਂ ਕੰਮਾਂ ਨੂੰ ਹੋ ਨਿਕਲੇ ਤੇ ਉਹਦੇ ਤੇ ਵੀ ਅਸਰ ਪਊਗਾ। ਸਰਕਾਰ ਦੀਆਂ ਨਲਾਇਕੀਆਂ ਵੀ ਲੁਕ ਜਾਣਗੀਆਂ ਤੇ ਸਾਰਾ ਕੁਝ ਹੋ ਜਾਊਗਾ ਜੀ। ਇਸ ਲਈ ਇਹਨੂੰ ਖੁੱਲਾ ਛੱਡ ਦਿੱਤਾ ਗਿਆ। ਸਰਕਾਰ ਤੇ ਪ੍ਰਸ਼ਾਸਨ ਇਹਨੂੰ ਨਜਿੱਠਣ ਵਾਲੇ ਪਾਸੇ ਅਜੇ ਨਹੀਂ ਜਾ ਰਹੀ, ਅਜੇ ਇਹਨੂੰ ਹੋਰ ਖੁੱਲਾ ਰੱਖ ਦਿੱਤਾ ਜਾਊਗਾ ਤੇ ਹਵਾ ਨਾਲ ਫਿਰ ਹੋਰ ਫੈਲੂਗੀ ਗੱਲ। ਇੱਕ ਇਹ ਪੱਖ ਵੀ ਇਹਦੇ ਵਿੱਚ ਆ ਰਿਹਾ। ਦੂਸਰੇ ਪਾਸੇ ਇੱਕ ਪਹਿਲੂ ਹੋਰ ਆ ਰਿਹਾ, ਉਹ ਕਹਿੰਦੇ ਵੀ ਇਹ ਆਏ ਤਾਂ ਕੰਮ ਦੀ ਭਾਲ 'ਚ ਤੇ ਅਸੀਂ ਇਹਨਾਂ ਨੂੰ ਕੰਮ ਦੇਣ ਦੇ ਨਾਲ ਨਾਲ ਇਸ ਕਦਰ ਸਿਰ ਤੇ ਬਿਠਾਇਆ ਕਿ ਇਹਨਾਂ ਨੂੰ ਲੱਗਿਆ ਕਿ ਇਹ ਤੋਂ ਵਧੀਆ ਤਾਂ ਖਿੱਤਾ ਹੀ ਨਹੀਂ ਕੋਈ ਹੈਗਾ। ਕਿਉਂਕਿ ਜਿਨ੍ਹਾਂ ਦਿਨਾਂ 'ਚ ਇੱਥੇ ਝੋਨਾ ਲੱਗਣ ਲੱਗਾ, ਇਹਨਾਂ ਦੀ ਆਮਦ ਹੋਣ ਲੱਗੀ, ਆਉਂਦੇ ਸੀ, ਝੋਨਾ ਲਾਉਂਦੇ ਸੀ, ਚਲੇ ਜਾਂਦੇ ਸੀ, ਤਦ ਪਿੰਡੋਂ ਟਰੈਲੀ ਲੈਣ ਜਾਂਦੀ ਸੀ ਰੇਲਵੇ ਸਟੇਸ਼ਨ ਇਹਨਾਂ ਨੂੰ। ਹਾਂਜੀ ਬਿਲਕੁਲ। ਤੇ ਉੱਥੇ ਇਹਨਾਂ ਲਈ ਪੱਖਾ ਦੇਾਂਗੇ ਜੀ, ਤੁਹਾਨੂੰ ਚੌਲ ਦੇਾਂਗੇ ਜੀ, ਤੁਹਾਨੂੰ ਇੱਕ ਦਿਨ ਮੱਛੀ ਬਣਾਉਣ ਨੂੰ ਦੇਾਂਗੇ ਜੀ, ਇੱਕ ਦਿਨ ਆ ਦੇਾਂਗੇ। ਉੱਥੇ ਰੇਲਵੇ ਸਟੇਸ਼ਨ ਤੇ ਜੱਟਾਂ ਨਾਲ ਲੜਦੇ ਸੀ। ਸਹੀ ਗੱਲ ਹੈ, ਬਿਲਕੁਲ। ਕਿਹੜਾ ਵੱਟਾ ਕੀ ਲਿਆਊਗਾ ਇਹਨਾਂ ਨੂੰ ਆਪਣੀ ਟਰੈਲੀ 'ਚ, ਹੈ ਨਾ, ਉਹਦੇ ਲਈ ਆਫਰਾਂ ਚੱਲਦੀਆਂ, ਹੈ ਨਾ। ਫਿਰ ਉਸ ਤੋਂ ਬਾਅਦ ਇਹ ਫੈਕਟਰੀਆਂ ਦਾ ਰੁਖ ਕੀਤਾ ਤੇ ਵਪਾਰੀਆਂ ਨੂੰ, ਉਦਯੋਗਪਤੀਆਂ ਨੂੰ, ਸ਼ਹਿਰੀਆਂ ਨੂੰ ਲੱਗਿਆ ਕਿ ਲੈ ਵੀ ਸਾਡਾ ਤਾਂ ਕੰਮ ਸੌਖਾ ਹੋ ਗਿਆ, ਉਰੇ ਵਾਲੀ ਲੇਬਰ ਸਾਡੇ ਨਾਲ ਹੋਰ ਤਰ੍ਹਾਂ ਭਾਅ ਕਰਦੀ, ਕਿਉਂਕਿ ਉਰੇ ਵਾਲਾ ਟੱਬਰ ਟੀਰ ਵਾਲਾ ਬੰਦਾ, ਉਹਦਾ ਰਿਸ਼ਤੇਦਾਰੀ ਵੀ ਆਉਣ ਜਾਣ ਵੀ ਸਾਰਾ ਕੁਝ ਹੈ। ਇੱਕ ਕਮਰੇ 'ਚ 10 ਜਣੇ 20 ਜਣੇ ਨੂੜ ਕੇ ਬਿਠਾ ਦੇਣੇ ਆ, ਕੰਮ ਕਰੋ ਤੇ ਜਾ ਕੇ ਸੌਂ ਜਾਓ, ਆ ਕੇ ਫਿਰ ਉੱਥੇ ਇਕੱਠੇ ਕੜੀ ਬਣਾ ਦਿਓ ਤੇ ਖਾ ਲਓ, ਤੇ ਫਿਰ ਉਹਨਾਂ ਨੂੰ ਵੀ ਤਰੀਕਾ ਆਸਾਨ ਲੱਗਿਆ। ਸੋ ਉਸ ਸਮੇਂ ਅਸੀਂ ਇਹਨਾਂ ਨੂੰ ਜਿਵੇਂ ਉਰੇ ਥਾਂ ਦਿੱਤੀ ਤੇ ਉਹ ਤੋਂ ਬਾਅਦ ਇਹਨੂੰ ਲੱਗਾ ਕਿ ਉਰੇ ਤੋਂ ਵਧੀਆ ਕੋਈ ਟਿਕਾਣਾ ਨਹੀਂ। ਉਹਨਾਂ ਦਿਨਾਂ 'ਚ ਜਦੋਂ ਇਹ ਸ਼ਮਾਹੀ ਤਮਾਹੀ ਜਾਂਦੇ ਸੀ ਤਾਂ ਇਹ ਕਹਿੰਦੇ ਸੀ ਆਪਣੇ ਦੇਸ਼ ਚੱਲੇ ਆ। ਇਹਨਾਂ ਲਈ ਇਹ ਪ੍ਰਦੇਸ਼ ਸੀ, ਜਿਵੇਂ ਸਾਡੇ ਵਾਲੇ ਪੰਜਾਬੀਆਂ ਨੇ ਬਾਹਰ ਦਾ ਰੁਖ ਕੀਤਾ। ਜੀ ਸਹੀ ਹੈ। ਹੁਣ ਇਸ ਦੇ ਵਿੱਚੋਂ ਮਤਲਬ ਕਿ ਆਏ ਤਾਂ ਇਹ ਆਪਣੀ ਮਰਜ਼ੀ ਨਾਲ, ਚਾਹੇ ਉਹ ਕੰਮ ਦੀ ਤਲਾਸ਼ ਚਾਹੇ ਉੱਥੇ ਕੋਈ ਗੁਨਾਹਗਾਰ ਹੋ ਕੇ ਆਇਆ, ਕੋਈ ਸਾਨੂੰ ਉਰੇ ਤੋਂ ਵੱਧ ਸੁਰੱਖਿਅਤ ਕੋਈ ਥਾਂ ਨਹੀਂ ਲੱਗੀ, ਸਾਡੀ ਦਰਿਆ ਦੇ ਲਈ ਇਹਨਾਂ ਨੂੰ ਜੱਚ ਗਈ ਕਿ ਇੱਥੇ ਦਾ ਖਾਣ ਪੀਣ ਦੀ ਵੀ ਕੋਈ ਮੁਸ਼ਕਲ ਨਹੀਂ। ਫਿਰ ਸਾਡੇ ਪ੍ਰਵਾਸ ਚੋਂ ਇਹਨਾਂ ਦੇ ਲਈ ਕੋਠੀਆਂ ਤੱਕ ਦੇ ਰਾਹ ਖੁੱਲ ਗਏ, ਦਰਵਾਜ਼ੇ ਬੜੇ ਖੁੱਲ ਗਏ ਕਿ ਚਲੋ। ਸੋ ਕਿਸੇ ਇੰਨਾ ਕੁਝ ਬਣਿਆ, ਪਰ ਆਪਣੇ ਆਪ ਆਉਣ ਤੋਂ ਬਾਅਦ ਇਹ ਸਿਆਸੀ ਧਿਰਾਂ ਦੀ ਪਸੰਦ ਵੀ ਬਣ ਗਈ, ਵੋਟ ਵੀ ਬਣ ਗਈ। ਅੱਜ ਦੇ ਤਰੀਕ ਦੇ ਵਿੱਚ ਇਹਨਾਂ ਦੀ ਪਿੱਠ ਦੇ ਉੱਤੇ ਪੰਜਾਬ ਦੇ ਵਿੱਚ ਸਿਆਸੀ ਜਮਾਤ ਖੜੀ ਹੈ। ਉਹ ਇਹਨਾਂ ਨੂੰ ਸਭ ਤੋਂ ਸਸਤਾ ਖਰੀਦ ਵਾਲਾ ਗਰੰਟਡ ਵੋਟ ਬੈਂਕ ਲੱਗਦਾ ਹੈ। ਲੋਕ ਸਭਾ ਚੋਣਾਂ ਦੇ ਸਮੇਂ ਮੈਂ ਗੱਲ ਵੀ ਕੀਤੀ ਸੀ ਕਿ 4 ਤੋਂ 5 ਲੋਕ ਸਭਾ ਹਲਕੇ ਅਜਿਹੇ ਨੇ ਜਿੱਥੇ ਇਹ ਪ੍ਰਵਾਸੀ ਮਜ਼ਦੂਰ ਇੱਕ ਪਾਸੇ ਪੈ ਜਾਣ ਤਾਂ ਉਹ ਸੀਟ ਕੋਈ ਵੀ ਲਿਜਾ ਸਕਦਾ ਹੈ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ ਜਿਹੀਆਂ ਸੀਟਾਂ ਨੇ ਜੀ। ਤੇ ਜੇ 5 ਲੋਕ ਸਭਾ ਸੀਟਾਂ ਜਿਹੀਆਂ ਨੇ, ਇਹਦਾ ਮਤਲਬ 45 ਵਿਧਾਨ ਸਭਾ ਸੀਟਾਂ ਤੇ ਫੈਸਲਾ ਕੁੰਨੇ। ਸਹੀ ਗੱਲ ਹੈ। ਤੇ ਬਾਕੀ ਦੇ ਜਿੱਤ ਹਾਰ ਵੀ ਤੈਅ ਕਰ ਸਕਦੇ ਆ। ਤੇ ਇਸ ਲਈ ਇਹ ਸਿਆਸੀ ਧਿਰਾਂ ਦੀ ਪਸੰਦ ਵੀ ਨੇ। ਸਹੀ ਗੱਲ ਹੈ, ਬਿਲਕੁਲ। ਹੁਣ ਕਿਉਂ ਚਾਹਣਗੇ ਉਹ, ਮਤਲਬ ਲੁਧਿਆਣੇ ਵਰਗੇ ਖੇਤਰਾਂ ਦੇ ਵਿੱਚ ਜਿੱਥੇ ਅਗਲੇ MC ਤੱਕ ਬਣ ਲੱਗ ਪਏ,
ਕਈ ਖੇਤਰਾਂ 'ਚ 5 ਸਰਪੰਚਾਂ ਦੀ ਭੂਮਿਕਾ 'ਚ ਆ ਗਏ। ਉੱਥੇ ਸਾਡੇ ਸਿਆਸਤਦਾਨਾਂ ਨੇ ਇਹਨਾਂ ਲਈ ਆਪਣੇ ਖਾਲੀ ਬਾੜੇ ਦਿੱਤੇ, ਪਲਾਟ ਛੱਡੇ ਕਿ ਇੱਥੇ ਰਹੋ ਸਾਰੀ ਉਮਰ, ਬਸ ਵੋਟ ਸਾਨੂੰ ਪਾਉਣੀ ਆ, ਹੈਨਾ। ਫਿਰ ਪੱਕਾ ਸੌਦਾ ਹੁੰਦਾ ਕਿ ਇੱਕ ਲੰਡਰ ਕੋਲ ਕਿੰਨੇ ਨੇ ਵੀ 25 ਨੇ 50 ਨੇ 100 ਨੇ, ਚੱਕ ਕਿੰਨੇ ਪੈਸੇ। ਸਹੀ ਹੈ, ਬਿਲਕੁਲ। ਹੁਣ ਉਹ ਜਿਹੜਾ ਪੱਕਾ ਵੋਟ ਬੈਂਕ ਆ ਉਹ ਡਰਾਉਂਦਾ, ਪਰ ਗੱਲ ਕੀ ਸਿਰਫ ਇੱਥੇ ਤੱਕ ਆ ਕਿ ਇਹਨਾਂ ਸਿਆਸੀ ਜਮਾਤਾਂ ਚੋਂ ਇੱਕ ਜਮਾਤ ਉਹ ਵੀ ਆ, ਇੱਕ ਸਾਡੀ ਸੱਤਾਧਾਰੀ ਧਿਰ ਹੋ ਸਕਦਾ ਉਹਦੇ ਮਨ 'ਚ ਇਹ ਹੋਵੇ ਕਿ ਮੁੱਖ ਮੁੱਦਿਆਂ ਤੋਂ ਧਿਆਨ ਭਟ ਕੇ ਇੱਧਰ ਨੂੰ ਜਾ ਰਿਹਾ, ਕੋਈ ਨਾ ਸਾਡਾ ਮੌਕੇ ਦੀ ਨਜਾਕਤ ਤੋਂ ਛੁਟਕਾਰਾ ਹੋ ਰਿਹਾ, ਬਾਕੀ ਇਹਨਾਂ ਨਾਲ ਬਾਅਦ ਚੋਂ ਨਜਿੱਠ ਲਾਂਗੇ। ਪਰ ਇਹਦੇ ਉੱਪਰ ਦੀ ਜਿਹੜੀ ਬੜੀ ਧਿਰ ਆ ਕਿ ਉਹ ਇਹ ਸੋਚਦੀ ਹੈ ਕਿ ਕੋਈ ਗੱਲ ਨਹੀਂ, ਆਉਣ ਦਿਓ ਜਿੰਨੇ ਆਉਂਦੇ ਨੇ, ਜੇ ਟਕਰਾਉਣਗੇ ਤਾਂ ਸ਼ਾਇਦ ਬਿਹਾਰ 'ਚ ਸਾਨੂੰ ਫਾਇਦਾ ਹੋਊਗਾ, ਹੈ। ਤੇ ਜੇ ਨਹੀਂ ਵੀ ਹੁਣ ਹੁੰਦਾ ਕੁਛ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਗਿਣਤੀ ਇੰਨੀ ਹੋ ਜੂਗੀ, ਪੰਜਾਬ 'ਚ ਪੰਜਾਬੀ ਉਹ ਘੱਟ ਗਿਣਤੀ ਹੋ ਜੂਗਾ, ਤੇ ਮੁਲਕ ਦੇ ਵਿੱਚ ਇੱਕੋ ਇੱਕ ਖਿੱਤਾ ਜਿੱਥੇ ਘੱਟ ਗਿਣਤੀ ਬਹੁ ਗਿਣਤੀ ਆ ਸਿੱਖ ਭਾਈਚਾਰਾ, ਉੱਥੇ ਸਿੱਖ ਵੀ ਘੱਟ ਗਿਣਤੀ ਹੋ ਜਾਣਗੇ ਤੇ ਸਾਡੇ ਦਾਬੇ ਥੱਲੇ ਆ ਜਾਣਗੇ। ਆਪਾਂ ਆਪਣੀ ਗਿਣਤੀ ਉਹ ਵਧਾ ਕੇ ਏਡੀ ਬੜੀ ਕਰ ਦੋ, ਇਹ ਵੀ ਇੱਕ ਪਹਿਲੂ ਹੈ ਜੀ। ਸਹੀ ਹੈ, ਕਿ ਤੱਕ ਵੀ ਜਾ ਰਹੀ ਹੈ। ਸੋ ਅੱਜ ਜਿਹੜਾ ਲਾਵਾ ਫੁੱਟਿਆ, ਇਹ ਲਾਵਾ ਬਹੁਤ ਦੇਰ ਤੋਂ ਦਬਿਆ ਵਾ ਸੀ। ਸਹੀ ਹੈ, ਪਰ ਇਸ ਘਟਨਾਕ੍ਰਮ ਦੀ ਆੜ ਦੇ ਵਿੱਚ ਸਾਡਾ ਬਾਹਰਲੇ ਥਾਵਾਂ ਤੇ ਨੁਕਸਾਨ ਕਿੰਨਾ ਹੋਣਾ, ਇਸ ਨੂੰ ਵੀ ਸਾਨੂੰ ਧਿਆਨ 'ਚ ਰੱਖਣਾ ਪੈਣਾ। ਇਹਦਾ ਤਰੀਕਾ ਹੋਵੇ, ਇਸ ਨੂੰ ਵੀ ਜੇ ਕੋਈ ਨਿਯਮਾਵਲੀ ਬਣਦੀ ਆ ਕਿ ਇਹੋ ਜਿਹੀ ਕੋਈ ਇੱਕ ਬੈਂਕ ਬਣ ਸਕਦਾ ਜਿੱਥੇ ਦਸਤਾਵੇਜੀ ਬੈਂਕ ਹੋਵੇ, ਜਿੱਥੇ ਇਹਨਾਂ ਨੂੰ ਆ ਕੇ ਪਹਿਲਾਂ ਇਤਲਾਹ ਕਰਕੇ ਹੀ ਸੂਬੇ 'ਚ ਦਾਖਲ ਹੋ ਸਕਣ। ਜੇ ਉੱਤਰਾਖੰਡ ਲਈ, ਜੰਮੂ ਕਸ਼ਮੀਰ ਲਈ, ਹਿਮਾਚਲ ਲਈ ਨਿਯਮ ਬਣ ਸਕਦੇ ਨੇ, ਕੋਈ ਬਾਹਰਲਾ ਜ਼ਮੀਨ ਨਹੀਂ ਖਰੀਦ ਸਕਦਾ, ਐ ਤਾਂ ਕੀ ਇੱਥੇ ਨਹੀਂ ਬਣ ਸਕਦੇ? ਬਿਲਕੁਲ ਬਣ ਸਕਦੇ। ਇਕਬਾਲ ਖਹਿਰਾ ਵੀ ਮੰਗ ਕਰਨ ਵਾਲੇ ਸਭ ਤੋਂ ਮੂਹਰੇ, ਭਰਾਵਾ ਤੁਹਾਡੀ ਵੀ ਪਾਰਟੀ ਦੀਆਂ ਸਰਕਾਰਾਂ ਰਹੀਆਂ ਇੱਥੇ, ਜਦ ਕਿਉਂ ਨਹੀਂ ਬਣ? ਸਹੀ ਗੱਲ, ਬਿਲਕੁਲ। ਹਰੇਕ ਵਿਅਕਤੀ ਮੌਕੇ ਦੀ ਨਜਾਕਤ ਦੇ ਹਿਸਾਬ ਨਾਲ ਬਹਿਣ 'ਚ ਬਹਿਣਾ ਚਾਹੁੰਦਾ, ਸਿਆਸੀ ਧਿਰਤਾਂ। ਪਰ ਸਵਾਲ ਇਹ ਹੈ ਕਿ ਪੰਜਾਬ ਦੇ ਲਈ ਇਹ ਮੁੱਦਾ ਕਿ ਆਉਂਦੇ ਸਮੇਂ ਦੇ ਵਿੱਚ ਉਹ ਵੀ ਰਾਹ ਖੋਲਦਾ ਹੈ ਕਿ ਜਿਹੜੀ ਧਿਰ ਜਿੱਥੇ ਵੀ ਜਾਂਦੀ ਹੈ, ਸੱਤਾਧਾਰੀ ਇੱਕ ਧਿਰ ਸਾਡੀ ਵੱਡੀ ਧਿਰ, ਮੈਂ ਜੇ ਬੀਜੇਪੀ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਉਹ ਜਿੱਥੇ ਵੀ ਜਾਂਦੀ ਹੈ ਉਸ ਤੋਂ ਪਹਿਲਾਂ ਉੱਥੇ ਕੋਈ ਨਾ ਕੋਈ ਪੰਗਾ, ਕੋਈ ਨਾ ਕੋਈ ਫਸਾਦ ਹੁੰਦਾ ਹੈ। ਕੀ ਉਹਦੇ ਵੀ ਸੰਕੇਤ ਨੇ? ਤਾਂ ਕਿਤੇ ਅਸੀਂ ਕਿਸੇ ਦੇ ਢਾਹੇ ਚੜ ਕੇ ਤਾਂ ਨਹੀਂ ਕੁਝ ਕਰ ਰਹੇ, ਕਿਤੇ ਸਾਨੂੰ ਪਤਾ ਹੀ ਨਾ ਹੋਵੇ ਕਿ ਸਾਨੂੰ ਵਰਤ ਕੌਣ ਰਿਹਾ, ਅਸੀਂ ਕਿਹਦਾ ਕੰਮ ਮੋਕਲਾ ਕਰ ਰਹੇ ਹਾਂ, ਕਿਹਦਾ ਕੰਮ ਸੌਖਾ ਕਰ ਰਹੇ ਹਾਂ, ਇਹਦੇ ਉੱਤੇ ਵੀ ਨਾ। ਸੋ ਸਾਰੇ ਪੱਖ ਸਾਨੂੰ ਦੇਖਣੇ ਪੈਣੇ ਆ, ਪਰ ਇਹਦੇ ਵਿੱਚ ਜਿਹੜੀਆਂ ਸੁਰਦ ਧਿਰਾਂ ਨੇ ਰੋਲ ਨਿਭਾਉਣਾ ਅਜੇ ਉਹ ਸਾਰੀਆਂ ਚੁੱਪ ਨੇ। ਸਾਡੀਆਂ ਵੱਡੀਆਂ ਸਮਾਜਿਕ ਤੇ ਵੱਡੀਆਂ ਧਾਰਮਿਕ ਜਥੇਬੰਦੀਆਂ, ਸਾਡੇ ਵੱਡੇ ਆਗੂ ਧਾਰਮਿਕ, ਰਾਜਨੀਤਿਕ, ਸਮਾਜਿਕ ਤੇ ਸਾਡੀਆਂ ਚੁਣੀਆਂ ਹੋਈਆਂ ਧਿਰਾਂ, ਨੁਮਾਇੰਦਾ ਜਮਾਤ, ਸੱਤਾਧਾਰੀ ਧਿਰਾਂ ਤੋਂ ਅਜੇ ਲਾਈਨ ਦੇ ਬਾਹਰ ਖੜ ਕੇ, ਮੈਦਾਨ ਦੇ ਬਾਹਰ ਖੜ ਕੇ ਇਸ ਨੂੰ ਦੇਖ ਰਹੀਆਂ ਨੇ। ਪਰ ਇਸ ਦੇ ਰੋਕਣ ਦੇ ਲਈ, ਇਸ ਨੂੰ ਸਹੀ ਰੂਪ ਦੇਣ ਦੇ ਲਈ ਕਿੰਨੇ ਬਾਹਰ ਜਾਣੇ ਚਾਹੀਦੇ ਨੇ, ਕਿਵੇਂ ਜਾਣੇ ਚਾਹੀਦੇ ਨੇ, ਜੇ ਸਾਰੇ ਜਾਣੇ ਚਾਹੀਦੇ ਨੇ ਤਾਂ ਕੀ ਹੋਊਗਾ, ਇਹਦੇ ਉੱਤੇ ਕੋਈ ਉਹਨਾਂ ਦਾ ਅਜੇ ਪੱਖ ਤੱਕ ਨਹੀਂ ਆ ਰਿਹਾ। ਇਸ ਲਈ ਮੈਨੂੰ ਫਿਕਰ ਇਹ ਹੈ ਕਿ ਕਿਤੇ ਪੰਜਾਬ ਇੱਕ ਨਵੀਂ ਅੱਗ ਦੀ ਭੱਠੀ 'ਚ ਨਾ ਝੋਕ ਦਿੱਤਾ ਜਾਵੇ। ਨਹੀਂ, ਦੇਖੋ ਉਹਨਾਂ ਨੇ ਫਿਕਰ ਕਰਨਾ ਕਿਉਂ ਆ? ਉਹਨਾਂ ਨੇ ਤਾਂ ਜਦੋਂ ਤੁਸੀਂ ਦੱਸਿਆ ਵੀ 40-45 ਸੀਟਾਂ ਤੇ ਵਿਧਾਨ ਸਭਾ ਦੀਆਂ ਦੇ ਆਧਾਰ ਆ, 3-4 ਲੋਕ ਸਭਾ ਦੀਆਂ ਦੇ ਆਧਾਰ ਆ, ਤੇ ਲੀਡਰ ਤਾਂ ਵੋਟਾਂ ਗਿਣਦੇ ਆ। ਉਹਨਾਂ ਨੇ ਸੂਬੇ ਦੇ ਲੋਕ, ਸੂਬੇ ਦੇ ਹਿੱਤ ਥੋੜ੍ਹੋ ਦੇਖਣੇ। ਜੇ ਹਿੱਤ ਹੀ ਦੇਖਣੇ ਹੁੰਦੇ ਫਿਰ ਤਾਂ ਜਿਹੜੇ ਕਾਨੂੰਨ ਦੀ ਤੁਸੀਂ ਗੱਲ ਕਰਦੇ ਆ ਇਹ ਕਦੋਂ ਦਾ ਹੀ ਬਣ ਗਿਆ ਹੁੰਦਾ। ਇਸ ਕਾਨੂੰਨ ਦੇ ਉੱਤੇ ਕਦੋਂ ਦੀ ਚਰਚਾ ਸ਼ੁਰੂ ਹੋ ਜਾਂਦੀ ਜੇ ਉਹਨਾਂ ਨੂੰ ਪੰਜਾਬ ਦੀ ਹਿੱਤ ਹੁੰਦੇ ਚੰਗੇ, ਜਾਂ ਪੰਜਾਬ ਦੇ ਲੋਕਾਂ ਦੇ ਹਿੱਤ ਚੰਗੇ ਹੁੰਦੇ ਉਹਨਾਂ ਨੂੰ। ਅਗਲੀ ਗੱਲ ਕਰੀਏ ਇਹਨਾਂ ਲੀਡਰਾਂ ਦੀ, ਕੋਈ ਆਪਾਂ ਅਕਸਰ ਹੀ ਲੀਡਰਾਂ ਨੂੰ ਵੇਖਦੇ ਹਾਂ, ਸਿਆਸਤਦਾਨਾਂ ਨੂੰ ਵੀ ਕਹਿੰਦੇ ਪੰਜਾਬ ਨੂੰ ਟੂਰਿਜ਼ਮ ਦਾ ਹੱਬ ਬਣਾ ਦਿਆਂਗੇ। ਇਹ ਗੱਲਾਂ ਅਕਾਲੀ ਵੀ ਕਰਦੇ ਰਹੇ ਆ, ਕੈਪਟਨ ਅਮਰਿੰਦਰ ਸਿੰਘ ਵੀ ਕਰਦੇ ਰਹੇ ਆ, ਤੇ ਭਗਵੰਤ ਮਾਨ ਵੀ ਕਰਦੇ ਦੇਖੇ ਕਈ ਵਾਰੀ। ਇਹਨਾਂ ਦੀ ਸ਼ਾਇਦ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਹ ਗੱਲ ਹੋਵੇ। ਪਰ ਕਹਿੰਦੇ ਪੰਜਾਬ 'ਚ ਹੁਣ ਅਚਾਨਕ ਸਿਆਸੀ ਟੂਰਿਜ਼ਮ ਵੱਧ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਪੰਜਾਬ 'ਚ ਇਸ ਮੌਕੇ ਸਿਆਸੀ ਟੂਰਿਜ਼ਮ ਦਾ ਹੜ ਆਇਆ। ਜੀ ਇਹ 'ਚ ਕੋਈ ਦੋ ਰਾਏ ਨਹੀਂ ਕਿ ਜਦੋਂ ਕੋਈ ਵੱਡੀ ਮੁਸੀਬਤ ਆਫਤ ਪੈਂਦੀ ਹੈ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣਾ ਰੋਲ ਨਿਭਾਉਣ, ਤੇ ਉਹਦੇ ਲਈ ਸਰਕਾਰੀ ਦੌਰੇ ਵੀ ਹੁੰਦੇ ਆ। ਜੇ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਪ੍ਰਧਾਨ, ਲੀਡਰ, ਮੌਜੂਦਾ ਸਾਬਕਾ MLA, MC, ਪੰਚ, ਸਰਪੰਚ ਧਰਤੀ ਤੇ ਕੰਮ ਕਰ ਰਹੇ ਨੇ ਤਾਂ ਉਹਦੇ ਕਈ ਪਹਿਲੂ ਨੇ। ਜੀ ਚਾਹੇ ਉਹ ਆਪਣੀ ਸਰਕਾਰੀ ਦਿੱਖ ਦਿਖਾਉਣਾ ਚਾਹੁੰਦੇ ਹੋਣ, ਚਾਹੇ ਪਾਰਟੀ ਦਾ ਚਿਹਰਾ ਦਿਖਾਉਣਾ ਚਾਹੁੰਦੇ ਹੋਣ,
ਚਾਹੇ ਉਹ ਆਪਣੀ ਭੱਲ ਬਣਾਉਣਾ ਚਾਹੁੰਦੇ ਹੋਣ, ਚਾਹੇ ਉਹ ਸੱਚਮੁੱਚ ਭਾਈਚਾਰਕ ਸਾਂਝ ਚੋਂ ਆਪਣੇ ਖੇਤਰ ਦੀ ਸਾਂਝ ਚੋਂ ਲੱਗੇ ਹੋਣ। ਅਸੀਂ ਉਸ ਨੂੰ ਇਸ ਕੈਟਾਗਰੀ 'ਚ ਸ਼ਾਮਲ ਨਹੀਂ ਕਰਦੇ। ਜੀ ਜੀ। ਪਰ ਜਿਹੜੇ ਪੰਜਾਬੋਂ ਬਾਹਰੋਂ ਆਉਂਦੇ ਨੇ, ਜੇ ਤਾਂ ਉਹ ਆਪਣੀ ਸਮਰੱਥਾ ਅਨੁਸਾਰ, ਆਪਣੀ ਪਾਰਟੀ ਦੀ, ਆਪਣੀ ਧਿਰ ਦੀ, ਆਪਣੀ ਰਾਜਨੀਤਿਕ ਸ਼ਕਤੀ ਅਨੁਸਾਰ ਕੋਈ ਯੋਗਦਾਨ ਪਾ ਕੇ ਜਾ ਰਹੇ ਨੇ, ਫਿਰ ਤਾਂ ਆਉਣਾ ਸਵਾਗਤਯੋਗ ਹੈ। ਜੇ ਤੁਸੀਂ ਸਿਰਫ ਗੇੜੀਓ ਮਾਰਨੀਆਂ, ਤਸਵੀਰੇ ਖਿਚਵਾਉਣੀਆਂ, ਗੱਲਾਂ ਹੀ ਕਰਨੀਆਂ, ਟਰੈਕਟਰੇ ਝੂਟਣਾ, ਸਿਆਸੀ ਟੂਰਿਜ਼ਮ ਹੈ ਨਾ। ਸਹੀ ਗੱਲ ਹੈ, ਬਿਲਕੁਲ। ਜਦੋਂ ਕਹਿੰਦੇ ਜਹਾਜ਼ ਡੁੱਬਦਾ ਸਭ ਤੋਂ ਪਹਿਲਾਂ ਚੂਹੇ ਛਾਲਾਂ ਮਾਰਦੇ ਆ, ਤੇ ਜਦੋਂ ਪੰਜਾਬ 'ਚ ਹੜ੍ਹ ਆਏ ਸਭ ਤੋਂ ਪਹਿਲਾਂ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਭੱਜੇ। ਸਹੀ ਗੱਲ। ਤੇ ਜਦੋਂ ਲੱਗਿਆ ਕਿ ਹਾਂ ਟਿਕਟਕਾ ਹੋ ਗਿਆ, ਸਾਨੂੰ ਲੋਕ ਮਗਰ ਨਹੀਂ ਪੈਣਗੇ, ਭੱਜਣਗੇ ਨਹੀਂ, ਫਿਰ ਆ ਕੇ ਸਰਕਾਰੀ ਕਿਸ਼ਤੀ ਝੂਟ ਗਏ। ਫਿਰ ਕਾਂਗਰਸ ਨੂੰ ਲੱਗਿਆ ਕਿ ਅਸੀਂ ਤਾਂ ਰਹਿ ਗਏ, ਫਿਰ ਭੁਪੇਸ਼ ਬਘੇਲ ਬੁਲਾ ਕੇ ਦੇਖਿਆ ਕਿਤੇ ਸਾਡੇ ਤਾਂ ਨਹੀਂ ਕੱਪੜੇ ਫਾੜਦੇ ਲੋਕ। ਜਦੋਂ ਬਘੇਲ ਵਾਲਾ ਫਾਰਮੂਲਾ ਪਾਸ ਹੋ ਗਿਆ, ਫਿਰ ਸਭ ਤੋਂ ਅਖੀਰ 'ਚ ਰਾਹੁਲ ਗਾਂਧੀ ਬੁਲਾਇਆ। ਸਹੀ ਗੱਲ ਹੈ, ਬਿਲਕੁਲ। ਹੈ ਨਾ। ਹੁਣ ਉਹਦਾ ਵੀ ਜਾਂਦਾ ਸਰੋਪੇ ਤੋਂ ਲੈ ਕੇ ਅਰਦਾਸ 'ਚ ਨਾ ਬੋਲਣ ਤੱਕ ਵਾਲਾ। ਪਰ ਪ੍ਰਧਾਨ ਮੰਤਰੀ ਔਰ ਖੇਤੀਬਾੜੀ ਮੰਤਰੀ ਨੂੰ ਅਸੀਂ ਖੇਤੀਬਾੜੀ ਔਰ ਪ੍ਰਧਾਨ ਮੰਤਰੀ ਵਜੋਂ ਵੇਖਿਆ ਕਿ ਜੀ ਸ਼ਾਇਦ ਉਹ ਬਤੌਰ ਖੇਤੀਬਾੜੀ ਮੰਤਰੀ ਆਉਣਗੇ ਸ਼ਿਵਰਾਜ ਚੌਹਾਨ, ਪਰ ਉਹਨਾਂ ਦੇ ਆਲੇ ਦੁਆਲੇ ਸਾਰੀ ਭਾਜਪਾ ਹੀ ਜੁੰਡਲੀ ਸੀ। ਇਹਦਾ ਮਤਲਬ ਪਾਰਟੀ ਫੇਰੀ ਸੀ, ਸਰਕਾਰੀ ਫੇਰੀ ਨਹੀਂ ਸੀ। ਨਰਿੰਦਰ ਮੋਦੀ ਜੀ ਆਏ, ਐਲਾਨ 1600 ਕਰੋੜ ਦਾ ਦਿੱਤਾ, ਰੇੜਕਾ 12000 ਕਰੋੜ ਦਾ ਪਾ ਗਏ। ਬਿਲਕੁਲ ਸਹੀ। ਜੇ ਤੁਸੀਂ ਪ੍ਰਧਾਨ ਮੰਤਰੀ ਬਣ ਕੇ ਆਏ ਸੀ, ਤੁਸੀਂ ਕਹਿੰਦੇ ਕਿ ਇਹਨਾਂ ਦੇ ਖਾਤਿਆਂ 'ਚ 12000 ਕਰੋੜ ਪਿਆ, ਪਰ ਇਹਦਾ ਹਿਸਾਬ ਨਹੀਂ ਇਹਨਾਂ ਤੋਂ ਲੱਭਦਾ, ਇਹਨਾਂ ਤੋਂ ਮੈਂ ਵਸੂਲੀ ਆਪੇ ਕਰ ਲੂੰਗਾ, ਤੁਸੀਂ ਆ 16000 ਕਰੋੜ ਚੱਕੋ। ਫਿਰ ਤਾਂ ਮੈਂ ਮੰਨਦਾ ਕਿ ਤੂੰ ਪੰਜਾਬ ਹਮਦਰਦ ਹੋ ਕੇ ਪ੍ਰਧਾਨ ਮੰਤਰੀ ਬਣ ਕੇ ਆਇਆ। ਐਲਾਨ ਕੀਤਾ 1600 ਦਾ, ਜੇ ਦੀਵਾਨੀ ਆਈ ਨਹੀਂ ਬਈ ਤੁਸੀਂ ਸਰਕਾਰ ਹੋ, ਜੇ ਉਹਨਾਂ ਦੇ ਕਾਗਜ਼ਾਂ 'ਚ ਬੋਲਦਾ ਤੁਸੀਂ ਵਸੂਲ ਕਰ ਲਓਗੇ, ਤੁਸੀਂ ਕਢਾ ਲਓਗੇ, ਤੁਸੀਂ ਸੂਬੇ ਨੂੰ ਤਾਂ ਪਹਿਲਾਂ ਮੌਕੇ ਤੇ ਬਾਂਹ ਫੜੋ ਤੇ ਆ ਕੇ ਤੁਸੀਂ ਏਸੀ ਕਮਰੇ 'ਚ ਬੈਠ ਕੇ ਤਹਿ ਬੰਦਿਆਂ ਨੂੰ ਮਿਲ ਕੇ ਚਲੇ ਗਏ। ਬਿਲਕੁਲ ਸਹੀ ਹੈ। ਪਰ ਜੇ ਇੱਥੇ ਤੱਕ ਇਹ ਸਥਿਤੀ ਰੁਕ ਜਾਂਦੀ, ਆਪਾਂ ਤਾਂ ਵੀ ਕਹਿ ਲੈਂਦੇ ਕਿ ਚਲੋ ਇਹ ਰਾਜਨੀਤਿਕ ਪਾਰਟੀਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਕਿ ਸ਼ਿਵਰਾਜ ਚੌਹਾਨ ਆ ਗਿਆ ਤੇ ਨਰਿੰਦਰ ਮੋਦੀ ਆ ਗਿਆ, ਬਘੇਲ ਆ ਗਿਆ, ਰਾਹੁਲ ਗਾਂਧੀ ਆ ਗਿਆ, ਕੇਜਰੀਵਾਲ ਮਨੀਸ਼ ਸਿਸੋਦੀਆ ਆ ਗਿਆ, ਠੀਕ ਹੈ ਜੀ, ਹੋ ਗਿਆ। ਨਹੀਂ ਪ੍ਰਵੀਨ ਜੀ, ਹਰ ਰੋਜ਼ ਪੰਜਾਬ ਦੇ ਵਿੱਚ 1 ਤੋਂ ਲੈ ਕੇ 3 ਤੱਕ ਕੇਂਦਰੀ ਮੰਤਰੀ ਰੋਜ਼ ਆ ਰਹੇ ਨੇ। ਹਾਂਜੀ ਆ ਰਹੇ ਨੇ, ਬਿਲਕੁਲ। 1 ਤੋਂ ਲੈ ਕੇ 3 ਤੱਕ ਕੇਂਦਰੀ ਮੰਤਰੀ, 9 ਤੋਂ 10 ਕੇਂਦਰੀ ਮੰਤਰੀ, ਕੇਂਦਰੀ ਰਾਜ ਮੰਤਰੀ ਪੰਜਾਬ ਫੇਰੀ ਪਾ ਚੁੱਕੇ ਨੇ। ਕੋਈ ਪਸ਼ੂ ਪਾਲਣ ਵਿਭਾਗ ਤੋਂ ਹੈ, ਕੋਈ ਮੱਛੀ ਪਾਲਣ ਵਿਭਾਗ ਤੋਂ ਹੈ, ਕੋਈ ਪਿੰਡੂ ਖੇਤਰ ਤੋਂ ਹੈ, ਕੋਈ ਕ੍ਰਿਸ਼ੀ ਖੇਤਰ ਹੈ ਜੀ ਇਹਨਾਂ ਦਾ, ਜੀ ਸਾਡਾ ਕਿ ਹੁੰਦਾ ਖੇਤੀਬਾੜੀ ਆਪਣਾ ਜਿਵੇਂ ਹੈ ਨਾ, ਜੀ ਕੋਈ ਕਿਸੇ ਆਹ ਦਾ, ਜੀ ਪਤਾ ਨਹੀਂ ਕਿਹੜੇ ਕਿਹੜੇ ਵਿਭਾਗਾਂ ਦੇ। ਮਤਲਬ ਜਿਹੜਾ ਵੀ ਵਿਭਾਗ ਦਾ ਮੰਤਰੀ ਆਇਆ, ਉਹ ਆਪਣੇ ਵਿਭਾਗ ਨਾਲ ਸੰਬੰਧਿਤ ਇੱਕ ਵੀ ਐਲਾਨ ਨਹੀਂ ਕਰਕੇ ਜਾ ਰਿਹਾ। ਵੈਸੇ ਤਾਂ ਸਮੁੱਚਾ ਕੈਬਨਿਟ ਮੰਤਰੀ ਸਮੁੱਚੀ ਕੈਬਨਿਟ ਦੀ ਨੁਮਾਇੰਦਗੀ ਕਰਦਾ, ਕਰ ਸਕਦਾ, ਉਹਦੇ ਅਖਤਿਆਰ ਖੇਤਰ ਹੈ। ਪਰ ਆਪਾਂ ਕਹਿੰਦੇ ਤੁਸੀਂ ਜਿਹੜੇ ਵਿਭਾਗ ਦੇ ਮੰਤਰੀ ਉਹਦੇ ਹਵਾਲੇ ਨਾਲੇ ਕੁਝ ਕਹਿ ਜਾਓ। ਫਿਰ ਜਦੋਂ ਤੁਸੀਂ ਕੋਈ ਦੇਣ ਦੇ ਸਮਰੱਥੇ ਨਹੀਂ, ਕੁਝ ਕਰਨ ਦੇ ਸਮਰੱਥੇ ਨਹੀਂ, ਫਿਰ ਆ ਕੀ ਰਹੇ ਹੋ? ਇਹ ਅਸੀਂ ਮੰਨਾਂਗੇ ਜੀ ਇਹ ਸਿਆਸੀ ਟੂਰਿਜ਼ਮ ਹੈ। ਬਿਲਕੁਲ ਸਹੀ। ਇਹ ਸਿਆਸੀ ਫੇਰੀ ਹੈ। ਬੀਜੇਪੀ 2027 ਏਦਾਂ ਲੱਭਣਾ ਚਾਹੁੰਦੀ ਹੈ। 8 ਤੋਂ 9 ਮੰਤਰੀ, ਸ਼ਿਵਰਾਜ ਚੌਹਾਨ ਆਇਆ, ਨਰਿੰਦਰ ਮੋਦੀ ਆਇਆ, ਕਮਲੇਸ਼ ਪਾਸਵਾਨ ਆ ਗਿਆ ਇਹਨਾਂ ਦਾ, ਜੋਰਜ ਕੁਰੀਅਨ ਇਹਨਾਂ ਦਾ ਕੇਂਦਰੀ ਮੰਤਰੀ ਹੈ, SP ਸਿੰਘ ਬਘੇਲ ਇਹਨਾਂ ਦਾ ਕੇਂਦਰੀ ਮੰਤਰੀ ਹੈ, ਡਾਕਟਰ ਪੇਮਾ ਸਾਨੀ, ਚੰਦਰ ਸ਼ੇਖਰ ਇਹਨਾਂ ਦਾ ਕੇਂਦਰੀ ਰਾਜ ਮੰਤਰੀ ਉਰੇ ਹੈ, ਭਗੀਰਥ ਚੌਧਰੀ ਉਰੇ ਫੇਰੀ ਮਾਰ ਗਿਆ, ਰਾਜ ਭੂਸ਼ਣ ਇਹਨਾਂ ਦਾ ਕੇਂਦਰੀ ਰਾਜ ਮੰਤਰੀ, ਰਵਨੀਤ ਬਿੱਟੂ ਤਾਂ ਫਿਰਦਾ ਹੀ ਰਹਿੰਦਾ। ਚਲੋ ਇਹ 9 ਜਿਹੜੇ ਆਲੇ, ਤੇ ਜੋ ਮੇਰੇ ਕੋਲ ਜਾਣਕਾਰੀ ਹੈ, ਇਹ ਨਾਮਾਂ ਦੀ ਸੂਚੀ 24 ਤੋਂ 25 ਤੱਕ ਜਾਊਗੀ। ਸਹੀ ਹੈ, ਬਿਲਕੁਲ ਇਦਾਂ ਹੀ। ਇਹਦਾ ਮਤਲਬ ਸਮੁੱਚੀ ਮੋਦੀ ਕੈਬਨਿਟ ਨੂੰ ਹਦਾਇਤ ਹੈ ਕਿ ਪੰਜਾਬ ਜਾ ਕੇ ਆਓ, ਤਸਵੀਰ ਖਿਚਵਾ ਕੇ ਆਓ, ਲੋਕਾਂ ਨੂੰ ਐ ਲੱਗੇ ਕਿ ਜੀ ਕੇਂਦਰ ਸਰਕਾਰ ਘੁੰਮ ਰਹੀ। ਦੱਸਣਾ ਹੀ ਹੈ ਨਾ, ਇਹ ਮੰਤਰੀ ਨੇ ਜੀ, ਇਹ ਆਪਣੇ ਲਈ ਐ ਕਰਨਗੇ ਜੀ, ਉਹ ਕਰਨਗੇ ਜੀ, ਕਰਨਗੇ। ਜਦੋਂ ਦੇਖਾਂਗੇ ਭਾਈ ਤੁਸੀਂ ਸਿਰਫ ਆਲੇ ਦੁਆਲੇ ਖੇਤਰ 'ਚ ਭੱਲ ਬਣਾਉਣ ਨੂੰ ਫਿਰਦੇ ਹੋ ਕਿ ਦੇਖੋ ਜੀ ਕਿੰਨਾ ਫਿਕਰ ਹੈ, ਮੋਦੀ ਇੰਨੇ ਬੰਦੇ ਭੇਜ ਰਿਹਾ, ਰੋਜ਼ ਕੀੜੇ ਮਰਾ ਰਹੇ ਨੇ, ਅਖਬਾਰਾਂ 'ਚ, ਟੀਵੀ ਚੈਨਲਾਂ 'ਚ ਖਬਰਾਂ ਲੱਗ ਰਹੀਆਂ ਨੇ। ਸਹੀ। ਸੋ ਇਹ ਸਿਆਸੀ ਟੂਰਿਜ਼ਮ ਹੈ ਜਿਹੜਾ 2027 ਦੇ ਵਿੱਚ ਇੱਥੇ ਆਪਣੇ ਕੁਆਟਰ ਪੱਕੇ ਪਾਉਣਾ ਚਾਹੁੰਦਾ। ਬਿਲਕੁਲ ਜੀ। ਦੇਖੋ ਇਹਨਾਂ ਨੇ ਤਾਂ ਹੁਣ ਪੰਜਾਬ ਦੇ ਹੜ੍ਹਾਂ ਦਾ ਤਾਂ ਮਜ਼ਾਕ ਹੀ ਬਣਾ ਲਿਆ ਜੀ ਇਹਨਾਂ ਨੇ। ਇਹ ਤਾਂ ਹੁਣ ਇਹ ਸਮਝਦੇ ਨੇ ਵੀ ਇੱਥੇ ਚਲੋ ਆ ਜਾਓ, ਫੋਟੋਆਂ ਲਵਾ ਜਾਓ, ਗੱਲਾਂ ਬਾਤਾਂ ਕਰ ਲਓ, ਕੱਲ ਨੂੰ ਜਦੋਂ ਚੋਣ ਪ੍ਰਚਾਰ ਕਰਾਂਗੇ ਉਦੋਂ ਇਹ ਤਾਂ ਨਾ ਕਹਿਣਗੇ ਲੋਕ ਵੀ ਤੁਸੀਂ ਤਾਂ ਆਏ ਨਹੀਂ।
ਐਲਾਨ ਕਿਹਨੇ ਕਰਨਾ, ਪੈਸੇ ਕਿਹਨੇ ਦੇਣੇ ਇਹਨਾਂ ਦੇ ਵਿੱਚੋਂ। ਅਗਲੀ ਗੱਲ ਕਰੀਏ ਹੜ੍ਹਾਂ ਤੋਂ ਬਾਅਦ ਬਣੀ ਭਿਆਨਕ ਸਥਿਤੀ ਦੀ, ਜਿਹਦੇ ਵਿੱਚ ਮੀਂਹ ਦੇ ਵੀ ਅਸਾਰ ਬਣ ਗਏ ਨੇ। ਆਪਾਂ ਨੂੰ ਪਤਾ ਹੀ ਆ ਵੀ ਆਪਾਂ ਫੋਟੋਆਂ ਦੇਖ ਰਹੇ ਨੇ, ਰੇਤਾ ਕਿੰਨੇ ਫੁੱਟ ਚੜ ਗਈ ਹੈ ਪਿੰਡਾਂ ਦੇ ਵਿੱਚ, ਮੰਡੀ ਵੀ ਸ਼ੁਰੂ ਉਧਰ ਤੇ ਮੀਂਹ ਦੇ ਵੀ ਅਸਾਰ ਬਣ ਗਏ ਨੇ ਜੀ। ਪ੍ਰਵੀਨ ਜੀ ਬਿਲਕੁਲ 3-3, 4-4, 5-5 ਫੁੱਟ ਤੱਕ ਰੇਤਾ ਚੜਿਆ ਤੇ ਕਹਿੰਦੇ 1 ਏਕੜ ਪਿੱਛੇ ਉਹਨੂੰ ਚੱਕਣ ਦੇ ਲਈ ਵੀ 7 ਤੋਂ 10,000 ਦਾ ਖਰਚਾ ਆਉਣਾ। ਤੇ ਜਿੰਨਾ ਤੇਲ ਫੂਕਤਾ ਆਪਾਂ ਹੁਣ ਤੱਕ ਉਹਦਾ ਕੋਈ ਹਿਸਾਬ ਹੀ ਨਹੀਂ ਕਿ ਆਪਾਂ ਇਹਨਾਂ ਪਾਣੀਆਂ ਦੇ ਵਿੱਚੋਂ ਜਾ ਕੇ ਲੋਕਾਂ ਤੱਕ ਰਾਹਤ ਪਹੁੰਚਾਉਣ ਲਈ ਇਹਨਾਂ ਦਾ, ਉਹ ਤਾਂ ਕਿਸੇ ਨੇ ਹਿਸਾਬ ਨਹੀਂ, ਤੋਂ ਸਰਕਾਰਾਂ ਤੋਂ ਕਿਸੇ ਨੇ ਲੈਣਾ ਨਹੀਂ ਨਾ। ਦੂਸਰੇ ਮੌਸਮ ਵਿਭਾਗ ਦੀ ਫਿਰ ਜਾਣਕਾਰੀ ਹੈ ਕਿ ਅਗਲੇ 3 ਦਿਨ, ਜਿਨ੍ਹਾਂ 'ਚ ਅੱਜ ਪਹਿਲਾ ਦਿਨ ਮੰਨਿਆ ਜਾ ਰਿਹਾ, ਕੱਲ ਵੀ ਥੋੜੀ ਬਹੁਤ ਮੌਸਮ ਵਿਗੜਿਆ, ਕਈ ਥਾਵਾਂ ਤੇ ਕਣਮਣਕਾਣੀ ਹੋਈ ਹੈ। ਅਗਲੇ 3 ਦਿਨ ਫਿਰ ਭਾਰੀ ਪੈ ਸਕਦੇ ਹੋ, ਜਿਹਦੇ ਅਸਾਰ ਅਸੀਂ ਹਿਮਾਚਲ ਔਰ ਉੱਤਰਾਖੰਡ 'ਚ ਦੇਖੇ ਕਿ 23-24 ਦੇ ਕਰੀਬ ਤਾਂ ਮੌਤਾਂ ਹੋ ਗਈਆਂ ਜੀ ਅਚਾਨਕ ਕੱਲ ਦੇ ਦਿਨ ਦੇ ਹਵਾਲੇ ਨਾਲੇ। ਉੱਤਰਾਖੰਡ 'ਚ ਜਿਵੇਂ ਬੱਦਲ ਫਟੇ, ਕਿੰਨਾ ਕੁਛ ਛੜ ਗਿਆ, ਰੁੜ ਗਿਆ ਤੇ ਉੱਥੇ ਮਤਲਬ ਕਿ ਮੌਤਾਂ ਹੋਈਆਂ। ਇਸੇ ਤਰ੍ਹਾਂ ਹਿਮਾਚਲ 'ਚ ਫਿਰ ਖਬਰਾਂ ਆਈਆਂ। ਤੇ ਇਸ ਲਈ ਅਗਲੇ 3 ਦਿਨ ਫਿਰ 4-5 ਜ਼ਿਲ੍ਹਿਆਂ 'ਚ ਤਾਂ ਭਾਰੀ ਮੀਂਹ ਤੇ 2-3 ਜ਼ਿਲ੍ਹਿਆਂ 'ਚ ਦਰਮਿਆਨਾ ਜਾਂ ਛਿੱਟੇ ਪੈਣ ਦੀਆਂ ਅਸਾਰ ਨੇ। ਇਹ ਫਿਕਰ ਵਧਿਆ ਕਿਉਂਕਿ ਇੱਕ ਪਾਸੇ ਮੰਡੀ ਸ਼ੁਰੂ ਹੋ ਗਈ ਹੈ ਕੱਲ ਤੋਂ। ਵੈਸੇ ਬਾਸਮਤੀ ਤਾਂ ਪਹਿਲਾਂ ਹੀ ਪ੍ਰਾਈਵੇਟ ਤੌਰ ਤੇ ਬਾਜ਼ਾਰ 'ਚ ਉਹ ਤਾਂ MSP ਤੇ ਖਰੀਦ ਨਹੀਂ ਹੁੰਦੀ, ਪਰ ਉਹਦਾ ਭਾਅ ਮਤਲਬ ਡਿੱਗ ਰਿਹਾ, ਜਦੋਂ ਕਿ ਬਾਸਮਤੀ ਸਾਡੀ ਵਿਦੇਸ਼ਾਂ ਨੂੰ ਜਾਂਦੀ ਹੈ ਤੇ ਉਹਦੇ ਬਾਵਜੂਦ ਵੀ ਇੱਥੇ ਉਹਨਾਂ ਦਾ ਭਾਅ ਡਿੱਗ ਰਿਹਾ। ਤੇ ਹੁਣ ਝੋਨਾ ਆਉਣਾ ਸ਼ੁਰੂ ਹੋ ਗਿਆ, ਕਈ ਖੇਤਰਾਂ 'ਚ ਤਾਂ ਮੰਡੀਆਂ 'ਚ ਆ ਗਿਆ, ਚੰਗੀ ਆਮਦ ਹੋਣੀ ਸ਼ੁਰੂ ਹੋ ਗਈ ਹੈ ਨਾ। ਤੇ ਇਸ ਲਈ ਉਹਦੇ ਪ੍ਰਬੰਧ ਵੀ ਉਹੋ ਜਿਹੇ ਨਹੀਂ ਹੈਗੇ, ਤਾਂ ਹੀ ਸ਼ਾਇਦ ਰੋਕਣਾ ਵੀ ਪੈ ਰਿਹਾ ਕਿ ਜੇ ਰੁਕ ਜਾਓ ਹੁਣ, ਇਹ ਵੀ ਕਹਿਣਾ ਪੈ ਰਿਹਾ। 822 ਦੇ ਕਰੀਬ ਖਰੀਦ ਕੇਂਦਰ ਨੇ ਜੀ ਜਿਹੜੇ ਬਣਾਏ ਗਏ ਨੇ। ਸੋ ਇਹਦੇ ਲਈ ਮਤਲਬ ਕਿ ਅਧਿਕਾਰੀਆਂ ਦੀਆਂ ਹਦਾਇਤਾਂ ਤਾਂ ਹੋ ਗਈਆਂ ਨੇ, ਪਰ ਧਰਾਤਲ ਤੇ ਉਹੋ ਜਿਹੇ ਪ੍ਰਬੰਧ ਨਹੀਂ ਹੈਗੇ। ਤੇ ਖਾਸ ਕਰਕੇ ਜਿਹੜੀ ਵੱਡਾ ਮਸਲਾ ਖੜਾ ਹੈ, ਉਹ ਖੜਾ ਨਮੀ ਵਾਲਾ। ਕਿਉਂਕਿ ਤੈਅ ਨਿਯਮ 17% ਹੀ ਹੈ ਕਿ 17% ਤੋਂ ਵੱਧ ਨਮੀ ਵਾਲਾ ਝੋਨਾ ਅਸੀਂ ਨਹੀਂ ਖਰੀਦਾਂਗੇ। ਸਰਕਾਰੀ ਏਜੰਸੀਆਂ, ਖਰੀਦ ਏਜੰਸੀਆਂ ਦਾ ਤੈਅ ਪੈਮਾਨਾ ਕੇਂਦਰ ਦਾ। ਪਰ ਉਹ ਕਹਿੰਦੇ ਕਿ ਰੂਟੀਨ ਦੇ ਵਿੱਚ ਹੀ ਇੰਨਾ ਕੁ ਆ ਜਾਂਦਾ। ਤੇ ਇਸ ਵਾਰ ਤਾਂ ਹੜ੍ਹ ਵੀ ਆਏ ਨੇ, ਪਾਣੀ ਵੀ ਖੇਤਾਂ 'ਚ ਫਿਰਿਆ ਤੇ ਮੀਂਹ ਵੀ ਸਮੁੱਚੇ ਪੰਜਾਬ 'ਚ 55% ਵੱਧ ਪੈ ਗਿਆ। ਤੇ ਇਹਦਾ ਮਤਲਬ ਨਮੀ ਤਾਂ ਐਕਟੀ ਉੱਪਰ ਜਾਊਗੀ। ਉਹ ਕਹਿੰਦੇ ਨਾਰਮਲ ਇਹ ਦਰ 20 ਤੋਂ 22% ਹੋਣੀ ਚਾਹੀਦੀ ਹੈ। ਤੇ ਪਰ 17% ਦੀ ਰੱਖੀ ਵੀ ਹੈ, ਇਸ ਲਈ ਤਾਂ ਕੱਟ ਲੱਗਣੀ ਤਾਂ ਹੈ। ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਮੂੰਹ ਜਵਾਨੀ ਕਿ ਮੈਂ ਨਹੀਂ ਲੱਗਣ ਦਿੰਦਾ, ਪਰ ਕੋਈ ਤਿਆਰੀ ਹੋਣੀ, ਨਾ ਕੇਂਦਰ ਨਾਲ ਰਾਬਤਾ, ਨਾ ਖਰੀਦ ਏਜੰਸੀਆਂ ਨਾਲ ਵੀ ਰਾਬਤਾ। ਇਸ ਲਈ ਇਹ ਚੁਣੌਤੀ ਨਾਲ ਵੀ ਪੰਜਾਬ ਨੂੰ ਦੂਜਾ ਹੋਣਾ ਪੈਣਾ ਜੀ। ਸਾਡੇ ਲਈ ਤਾਂ ਮਸਲਾ ਖੜਾ ਹੀ ਖੜਾ ਕੋਈ ਨਾ ਜੀ। ਅਗਲੀ ਗੱਲ ਕਰੀਏ ਮੋਦੀ ਸਾਹਿਬ ਦੀ। ਮੋਦੀ ਸਾਹਿਬ ਦੇ ਬਾਰੇ ਖਬਰ ਆ ਰਹੀ ਸੀ ਵੀ ਉਹਨਾਂ ਨੂੰ ਟਰੰਪ ਨੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਕਾਲਸ ਕੀਤੀਆਂ, ਪਰ ਉਹਨਾਂ ਨੇ ਫੋਨ ਨਹੀਂ ਚੱਕਿਆ। ਜਨਮ ਦਿਨ ਦੇ ਮੌਕੇ ਤੇ ਕਹਿੰਦੇ ਕੀਲ ਹੀ ਲਿਆ ਟਰੰਪ ਨੇ ਮੋਦੀ ਨੂੰ ਵਧਾਈ ਦੇ ਕੇ। ਹਾਂ ਬਿਲਕੁਲ ਜੀ, ਐਡਵਾਂਸ 'ਚ ਵਧਾਈ ਦਿੱਤੀ ਹੈ। ਕੱਲ ਨੂੰ ਸ਼ਾਇਦ ਮੋਦੀ ਹੋਰਾਂ ਦਾ ਜਨਮ ਦਿਨ ਆ, ਜਾਂ ਅੱਜ ਸ਼ਾਇਦ 17 ਤਰੀਕ ਆ, ਮੇਰਾ ਖਿਆਲ ਅੱਜ ਬਣਦਾ। ਸਾਡੇ ਇੱਥੇ 17 ਸ਼ੁਰੂ ਹੋ ਗਈ ਜੀ। ਸੋ ਉਹ ਤੋਂ ਇੱਕ ਰਾਤ ਪਹਿਲਾਂ, ਇਹਦਾ ਮਤਲਬ ਉਹਨਾਂ ਨੇ ਇੱਕ ਦਿਨ ਪਹਿਲਾਂ ਉਹਨਾਂ ਨੇ ਵਧਾਈ ਦਿੱਤੀ। ਟਰੰਪ ਦਾ ਫੋਨ ਆਇਆ ਤੇ ਕਹਿੰਦੇ ਜੀ ਉਹਨੇ ਜਨਮ ਦਿਨ ਦੇ ਲਈ ਵਧਾਈ ਦੇਣ ਦੇ ਹਵਾਲੇ ਨਾਲ ਗੱਲ ਕੀਤੀ ਤੇ ਸਾਡੇ ਵਾਲਿਆਂ ਨੇ ਵਧਾਈ ਕਬੂਲ ਕੀਤੀ। ਤੇ ਟਰੰਪ ਨੇ ਕਹਿਤਾ ਕਿ ਮੇਰਾ ਮਿੱਤਰ ਤਾਂ ਹੈ ਹੀ ਬਹੁਤ ਕਮਾਲ ਦਾ। ਲਓ ਜੀ, ਉਹ ਤੋਂ ਬਾਅਦ ਖਬਰਾਂ ਆ ਗਈਆਂ ਕਿ ਟ੍ਰੇਡ ਡੀਲ ਦੇ ਲਈ 7 ਘੰਟੇ ਬੈਠਕ ਹੋ ਗਈ। ਫਿਰ 7 ਘੰਟੇ ਵਾਲੀ ਬੈਠਕ 'ਚ ਕਹਿੰਦੇ ਬਹੁਤ ਕੁਛ ਨੇੜੇ ਚੱਲ ਗਿਆ। ਹੁਣ ਮਤਲਬ ਕਿ ਇਸ ਨੂੰ ਤੁਸੀਂ ਦੋ ਮੁਲਕਾਂ ਦੇ ਵਿੱਚ ਹੋਇਆ ਸਮਝੌਤਾ ਕਹੋਗੇ ਕਿ ਇਹ ਆਪਣੀ ਨਿੱਜੀ ਤਾਰੀਫ ਕਰਕੇ ਦੇਸ਼ ਦਾਅ ਤੇ ਲਾਉਣ ਨੂੰ ਕਹੋਗੇ, ਜਾਂ ਤੁਸੀਂ ਇਹਦੇ ਵਿੱਚ ਇੱਕ ਧਿਰ ਦਬਾਅ ਬਣਾ ਕੇ ਧੱਕੇ ਨਾਲ ਅੰਗੂਠਾ ਲਵਾ ਰਹੀ ਆ ਮਤਲਬ ਕਿ ਇੱਕ ਮੁਲਕ ਤੋਂ, ਕੀ ਇਹ ਕਹੋਗੇ ਕਿ ਹੁਣ ਚੀਨ ਤੇ ਰੂਸ ਨੂੰ ਬਾਹਰ ਬਿਠਾ ਦਿੱਤਾ ਕਿ ਤੁਸੀਂ ਬਾਹਰ ਬੈਠ ਕੇ ਦੇਖੋ, ਅਸੀਂ ਤਾਂ ਆਪਸ ਡੀਲ ਕਰਨ ਲੱਗੇ ਹਾਂ। ਸੋ ਆਉਂਦੇ ਦਿਨਾਂ 'ਚ ਇਹਦਾ ਅਜੇ ਰੰਗ ਦਿਖੂਗਾ। ਖਾਸ ਕਰਕੇ ਭਾਰਤ ਦੀ ਖੇਤੀ ਦਾ, ਡੇਅਰੀ ਦਾ, ਸਾਡੇ ਡੇਅਰੀ ਉਦਯੋਗ ਦਾ ਤੇ ਨਾਲ ਹੀ ਮੁਰਗੀ ਪਾਲਣ ਦਾ, ਉਹਨਾਂ ਸਾਰਿਆਂ ਦਾ ਨਜ਼ਰ, ਪੋਲਟਰੀ ਫਾਰਮ ਦਾ ਇਸ ਪਰ ਨਜ਼ਰ ਪਈ ਆ ਕਿ ਜੇ ਉਧਰ ਨੂੰ ਇਸ ਡੀਲ 'ਚ ਕੁਝ ਹੋ ਗਿਆ ਤਾਂ ਫਿਰ ਬਹੁਤ ਵੱਡਾ ਮਸਲਾ। ਹੁਣ ਇਸ ਲਈ ਇਹ ਆਉਂਦੇ ਸਮੇਂ ਰੰਗ ਦਿਖਾਉਣਗੇ, ਪਰ ਦਮ ਭਰਿਆ ਦੋਵਾਂ ਮੁਲਕਾਂ ਨੇ ਇਹਦੇ ਤੇ। ਨਰਿੰਦਰ ਮੋਦੀ ਨੇ ਵੀ ਮਤਲਬ ਉਧਰੋਂ ਵੀ PMO ਹਾਊਸ ਤੋਂ ਵੀ ਇਹ ਆ ਗਈ ਗੱਲ ਕਿ ਹਾਂਜੀ ਟਰੰਪ ਨਾਲ ਗੱਲ ਹੋ ਗਈ ਆ, ਉਹਨਾਂ ਨੇ ਵਧਾਈ ਦਿੱਤੀ ਆ। ਤੇ ਟਰੰਪ ਨੇ ਵੀ ਜਨਤਕ ਕਰਤਾ ਕਿ ਹਾਂਜੀ ਮੇਰੀ ਗੱਲ ਹੋਈ ਆ। ਤੇ ਉਧਰ ਅਧਿਕਾਰੀਆਂ ਵੱਲੋਂ ਵੀ ਇਹ ਖਬਰ ਆ ਗਈ ਕਿ ਹਾਂਜੀ ਟ੍ਰੇਡ ਡੀਲ ਦੀ ਗੱਲ ਤੁਰ ਪਈ ਆ, ਨੇੜੇ ਲੱਗ ਗਈ ਆ ਗੱਲ। ਇਹਦਾ ਮਤਲਬ ਹੁਣ ਇਹ ਜ਼ੀਰੋ ਟੈਰਿਫ ਵਾਲਾ ਭਾਰਤ ਨਾਲ ਸਮਝੌਤਾ ਹੋਣਾ ਜੀ। ਉਹ ਕਹਿੰਦੇ ਭਾਰਤ ਬਹੁਤ ਟੈਰਿਫ ਲਾਉਂਦਾ ਜੀ, ਆਹ ਕਰਦਾ ਜੀ, ਜਦੋਂ ਕਿ ਆਪ ਤੁਸੀਂ 25% ਲਾ ਕੇ 25% ਜੁਰਮਾਨਾ ਲਾ ਕੇ 50% ਦੀ ਕੀਤਾ। ਸੋ ਹੁਣ ਇਹ ਆਉਂਦੇ ਸਮੇਂ ਦੇ ਵਿੱਚ ਇੱਕ ਵਾਰ ਫੇਰ ਮੈਨੂੰ ਲੱਗਦਾ ਅਮਰੀਕਾ ਵਾਲਾ ਮੁੱਦਾ ਵੱਡਾ ਵੀ ਹੋ ਸਕਦਾ। ਤੇ ਜੇ ਸਾਡੇ ਨਾਲ ਸਮਝੌਤਾ ਕਰੇ ਲਿਆ ਜੀ,
ਫਿਰ ਇੱਥੇ ਕਈ ਪਹਿਲੂਆਂ ਦੇ ਉੱਤੇ ਵੱਡਾ ਸੰਘਰਸ਼ ਵੀ ਹੋ ਸਕਦਾ। ਜੀ। ਤੇ ਸ਼ਰਮਾ ਜੀ, ਜਾਂਦੇ ਜਾਂਦੇ ਗੱਲ ਕਰੀਏ ਇੱਕ ਸਮਾਜਿਕ ਖਬਰ ਦੇ ਬਾਰੇ, ਇੱਕ ਸਰਵੇ ਦੇ ਬਾਰੇ, ਇੱਕ ਸਟੱਡੀ ਦੇ ਬਾਰੇ। ਡਿਲੀਵਰੀ ਤੋਂ ਬਾਅਦ ਕਹਿੰਦੇ ਸੱਸ ਦੀ ਬਜਾਏ ਜੇ ਮਾਂ ਦੇਖਭਾਲ ਕਰਦੀ ਹੈ ਕਿਸੇ ਔਰਤ ਦੀ ਜਣੇਪੇ ਤੋਂ ਬਾਅਦ, ਤਾਂ ਉਹਦੀ ਜਲਦੀ ਤੰਦਰੁਸਤੀ ਦੇ ਅਸਾਰ ਬਣ ਜਾਂਦੇ ਨੇ ਜੀ। ਬਿਲਕੁਲ ਜੀ, ਇਹ ਬੜਾ ਭਾਵਨਾਤਮਕ ਪਹਿਲੂ ਹੈ। ਦੇਖੋ, ਮਾਂ ਦਾ ਤਾਂ ਸਿਰ ਤੇ ਫੇਰਿਆ ਹੱਥੇ ਤੁਹਾਡਾ ਕਿੰਨੇ ਦਰਦ ਦੂਰ ਕਰ ਦਿੰਦਾ ਹੈ ਨਾ। ਇਹ ਇੱਕ ਜਿਹੜਾ ਭਾਵਨਾਤਮਕ ਰਿਸ਼ਤਾ ਇਹ ਵਾ ਕਮਾਲ ਹੈ। ਤੇ ਇਹਦੇ ਚੋਂ ਸ਼ਾਇਦ ਇਹ ਪਣ ਵੀ ਇਹਦੇ ਵਿੱਚ ਜਨਮਿਆ ਕਿ ਜਦੋਂ ਡਿਲੀਵਰੀ ਹੁੰਦੀ ਹੈ ਤਾਂ ਜੱਚਾ ਬੱਚਾ ਦੀ ਦੇਖਭਾਲ ਜੇ ਬੱਚੇ ਨੂੰ ਜਨਮ ਦੇਣ ਵਾਲੀ ਜਿਹੜੀ ਔਰਤ ਹੈ, ਜਨਨੀ ਹੈ, ਜੇ ਗਾਹਾਂ ਉਹਦੀ ਮਾਂ ਕਰੇ ਤਾਂ ਕਹਿੰਦੇ ਕਿ ਬਾਕੀਆਂ ਕੇਸਾਂ ਦੇ ਮੁਕਾਬਲੇ ਇਸ ਕੇਸ ਦੇ ਵਿੱਚ ਤੰਦਰੁਸਤੀ ਜਲਦੀ ਹੁੰਦੀ ਹੈ ਜੀ। ਆਪਣੇ ਤਾਂ ਵੈਸੇ ਵੀ ਆਪਾਂ ਇਹ ਦੇਖਿਆ ਕਿ ਇਹ ਹੁੰਦਾ ਸੀਗਾ ਕਿ ਜਦੋਂ ਪਹਿਲਾ ਜਵਾਕ ਜੰਮਣਾ ਤਾਂ ਬਈ ਇਹਨੂੰ ਕੁੜੀ ਨੂੰ ਨਾ ਪੇਕੇ ਭੇਜ ਦੋ, ਤੇ ਹੋ ਸਕਦਾ ਹੈ ਉਹਦੀ ਸ਼ੁਰੂਆਤ ਕਿਸੇ ਇਸੇ ਭਾਵਨਾ ਚ ਹੋਈ ਹੋਵੇ ਕਿ ਇਹਨੇ ਵੀ ਪਹਿਲੇ ਬੱਚੇ ਨੂੰ ਜਨਮ ਦੇਣਾ, ਇਸ ਨੂੰ ਸਮਝ ਨਹੀਂ ਹੈ ਤੇ ਆਪਣੀ ਮਾਂ ਕੋਲੇ ਕੰਫਰਟੇਬਲ ਜ਼ੋਨ ਚ ਰਹੂਗੀ, ਹੈ ਨਾ, ਆਪਣੇ ਪਰਿਵਾਰ ਚ ਉੱਥੇ, ਤੇ ਇੱਥੇ ਨਵੇਂ ਘਰ ਚ ਕਿਵੇਂ, ਕਿਉਂਕਿ ਜਦ ਤਾਂ ਪਹਿਲੀ ਵਾਰ ਤਾਂ ਪਿਛਲੇ ਦੌਰ ਚ ਤਾਂ ਜਦੇ ਬੱਚਾ ਜਲਦੀ ਮਤਲਬ ਕਿ ਹੋ ਜਾਂਦੇ ਸੀਗੇ। ਹੁਣ ਤਾਂ ਇਹ ਨਹੀਂਗਾ ਕਿ ਅਗਲਾ ਕਹਿੰਦਾ ਜੀ 2 ਸਾਲ 3 ਸਾਲ ਬਾਅਦ ਕਰਾਂਗੇ ਜਾਂ ਤਾਂ 9 ਮਹੀਨੇ ਸਾਲ ਬਾਅਦ। ਸੋ ਇਸ ਲਈ ਇਹ ਵੀ ਹੋ ਸਕਦਾ ਇੱਥੋਂ ਸ਼ੁਰੂਆਤ ਹੋਈ ਹੋਵੇ। ਪਰ ਸਾਡੇ ਇੱਥੇ ਇਹਨੂੰ ਆਰਥਿਕ ਨਾਲ ਵੀ ਜੋੜ ਕੇ ਦੇਖਦੇ ਆ ਕਿ ਸਹੁਰਾ ਪਰਿਵਾਰ ਖਰਚੇ ਤੋਂ ਬਚਣ ਲਈ ਜੀ ਪੇਕੇ ਭੇਜ ਦਿੰਦਾ, ਜਦੋਂ ਕਿ ਹੁਣ ਪੰਜਾਬ 'ਚ ਤਾਂ ਮੈਂ ਪਿਰਤਾਂ ਕੁੜੀਆਂ ਦੇਖੀਆਂ ਨੇ ਕਿ ਮੁੰਡੇ ਕੁੜੀ ਦਾ ਫਰਕ ਵੀ ਹੁਣ ਮਿਟਦਾ ਦਿਖ ਰਿਹਾ ਸਾਨੂੰ ਸ਼ਰੇਆਮ, ਕੋਈ ਉਹ ਨਹੀਂਗਾ। ਤੇ ਦੂਸਰੇ ਪਾਸੇ ਇਹ ਵੀ ਕਿ ਉੱਥੇ ਭੇਜਣਾ ਇੱਥੇ ਭੇਜਣਾ, ਇਹ ਵੀ ਪ੍ਰਕਿਰਿਆ ਕਾਫੀ ਬਦਲ ਗਈ ਆ। ਪਰ ਜਦੋਂ ਮੈਂ ਅੱਜ ਇਹ ਰਿਪੋਰਟ ਪੜ੍ਹ ਰਿਹਾ ਸੀ ਤਾਂ ਮੈਨੂੰ ਲੱਗਿਆ ਕਿ ਇਹਦਾ ਹੋ ਸਕਦਾ ਕਿ ਇਹ ਸਮਝ ਚੋਂ ਪੈਦਾ ਹੋਈ ਹੋਵੇ, ਬਾਅਦ ਚੋਂ ਇਹਦੇ ਅਰਥ ਹੋਰ ਬਣ ਗਏ। ਹੁਣ 2018 ਤੋਂ ਲੈ ਕੇ 2020 ਤੱਕ 4 ਸੂਬਿਆਂ 'ਚ ਸਰਵੇ ਹੋਇਆ, ਕਰਨਾਟਕਾ 'ਚ, ਮੱਧ ਪ੍ਰਦੇਸ਼ 'ਚ, ਮਹਾਰਾਸ਼ਟਰ 'ਚ ਤੇ ਪੰਜਾਬ 'ਚ। ਇਹਨਾਂ ਚਾਰੋਂ ਸੂਬਿਆਂ ਦੇ 28 ਜ਼ਿਲ੍ਹਾ ਹਸਪਤਾਲ ਚੁਣੇ ਤੇ 28 ਜ਼ਿਲ੍ਹਾ ਹਸਪਤਾਲਾਂ ਦੇ ਵਿੱਚ 18,436 ਕੇਸ ਨੋਟਸ ਕੀਤੇ ਗਏ। ਉਹਨਾਂ ਚੋਂ 551 ਦੇ ਕਰੀਬ ਕੇਸ ਉਹ ਸੀ ਜਿੱਥੇ ਜਿਹੜੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ, ਉਸ ਜੱਚਾ ਬੱਚਾ ਨੂੰ ਸੰਭਾਲਣ ਲਈ ਉਸ ਦੀ ਮਾਂ ਆਈ, ਮਤਲਬ ਬੱਚੇ ਦੀ ਨਾਨੀ ਆਈ। ਤੇ ਉੱਥੇ ਕਹਿੰਦੇ ਕਿ ਉਹ 551 ਕੇਸ ਬਾਕੀਆਂ ਕੇਸਾਂ ਦੇ ਮੁਕਾਬਲੇ ਜਲਦੀ ਤੰਦਰੁਸਤੀ ਵਾਲੇ ਸੀ। ਜੀ ਜੀ। ਉਹਨਾਂ ਚ ਬੇਸ਼ੱਕ ਇਹ ਵੀ ਮੰਨਿਆ ਜਾਂਦਾ ਕਿ ਉਹ ਕਹਿੰਦੇ ਕਿ 70% ਫੈਸਲਾ ਉਹੀ ਵਿਅਕਤੀ ਲੈ ਰਿਹਾ ਹੁੰਦਾ, ਉਹੀ ਧਿਰ ਲੈ ਰਹੀ ਹੁੰਦੀ ਆ ਜਿਹੜੀ ਸਾਂਭ ਸੰਭਾਲ ਕਰ ਰਹੇ ਹੁੰਦੇ ਨੇ। ਜੀ ਜੀ। ਚਾਹੇ ਉਹ ਦਾਦੀ ਹੋਵੇ, ਚਾਹੇ ਨਾਨੀ ਹੋਵੇ, ਚਾਹੇ ਕੋਈ ਹੋਰ ਰਿਸ਼ਤੇਦਾਰ ਹੋਵੇ। ਪਰ ਕਹਿੰਦੇ ਕਿ 16.2% ਉਹਨਾਂ ਚ ਤੰਦਰੁਸਤੀ ਵੱਧ ਪਾਈ ਗਈ ਜੱਚਾ ਦੇ ਵਿੱਚ ਜਿੱਥੇ ਉਹਦੀ ਮਾਂ ਸੰਭਾਲ ਰਹੀ ਸੀ ਜੀ। ਇਸ ਲਈ ਇਹ ਭਾਵਨਾਤਮਕ ਮੈਨੂੰ ਲੱਗਦਾ ਇੱਕ ਪਹਿਲੂ ਹੈ। ਤੇ ਇਸ ਲਈ ਉਹ ਕਹਿੰਦੇ ਸੱਸ ਦੀ ਬਜਾਏ ਜਾਂ ਉਹ ਰਿਸ਼ਤੇਦਾਰ ਦੀ ਬਜਾਏ ਜੇ ਜਣੇਪੇ ਸਮੇਂ ਮਾਂ ਕਰੇ ਸੰਭਾਲ ਤਾਂ ਕਹਿੰਦੇ ਤੰਦਰੁਸਤੀ ਜਲਦੀ ਆਉਂਦੀ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨਾ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ।